ਸੁਣਨ ਉੱਤੇ ਹੈ। ਕੋਈ ਸੁਣ ਨਹੀਂ ਰਿਹਾ, ਕਿਸੇ ਦੀ ਵੀ ਸੁਣ ਨਹੀਂ ਰਿਹਾ। ਕਾਮਾ ਰੌਲੀ ਪਈ ਹੋਈ ਹੈ। ਕੋਈ ਆਪਣੇ ਹੱਕਾਂ ਦੇ ਲਈ ਬੈਠਾ ਪੁਕਾਰਾਂ ਕਰ ਰਿਹਾ ਹੈ। ਲੰਬੇ ਸਮੇਂ ਤੋਂ ਕੋਈ ਸੁਣ ਨਹੀਂ ਰਿਹਾ। ਕੰਨਾਂ ਦੇ ਵਿੱਚ ਰੂਹ ਪਾਈ ਹੋਈ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਸੁਣਨ ਉੱਤੇ ਜ਼ੋਰ ਦਿੱਤਾ, ਸਮਝਾਇਆ ਕਿ ਸੁਣੋ ਸੁਣੋ ਸੁਣੋ। ਦੁਨੀਆ ਦੇ ਲੋਕੋ, ਉਸ ਨਾਦ ਨੂੰ ਸੁਣੋ ਜਿਹੜਾ 24 ਘੰਟੇ ਵੱਜਦਾ ਹੈ। ਅਨਹੱਤਾ ਸ਼ਬਦ ਬਜੰਤ ਭੇਰੀ, ਵੱਜੀ ਜਾਂਦਾ ਵੱਜੀ ਜਾਂਦਾ। ਪਰ ਮਨੁੱਖ ਆਪਣੇ ਆਪ ਨੂੰ ਦੱਸਣ ਉੱਤੇ ਲੱਗਿਆ ਹੋਇਆ, ਆਪਣੇ ਦਿਲ ਦੀਆਂ ਗੱਲਾਂ ਦੱਸਣ ਤੇ ਲੱਗਿਆ ਹੋਇਆ। ਕੋਈ ਸੁਣੇ ਕੋਈ ਨਾ ਸੁਣੇ, ਆਪਣੇ ਮਨ ਕੀ ਬਾਤ ਕਹਿਣ ਉੱਤੇ ਜ਼ੋਰ ਦੇਈ ਜਾਂਦਾ। ਕਿੰਨਾ ਢੀਠ ਪ੍ਰਾਣੀ ਹੈ। ਕੋਈ ਸੁਣੇ ਨਾ ਸੁਣੇ, ਸੁਣਾਈ ਜਾ ਰਿਹਾ, ਆਪਣੀ ਵਾਰਤਾ ਦੁਹਰਾਈ ਜਾ ਰਿਹਾ ਕਿ ਮੈਂ ਠੀਕ ਹਾਂ, ਮੈਂ ਠੀਕ ਹਾਂ, ਸੁਣੋ ਸੁਣੋ ਸੁਣੋ, ਮੈਨੂੰ ਸੁਣੋ। ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਮਨੁੱਖ ਉਸ ਅਕਾਲ ਨੂੰ ਸੁਣ, ਉਸ ਨਾਦ ਨੂੰ ਸੁਣ, ਜਿਹਦੇ ਸੁਣਨ ਨਾਲ ਤੇਰੀ ਕਾਇਆ ਬਦਲ ਜਾਵੇਗੀ। ਤੂੰ ਪਹਿਲਾਂ ਵਰਗਾ ਨਹੀਂ ਰਹੇਗਾ। ਤੇਰੀ ਪਰਸਨੈਲਿਟੀ ਚੇਂਜ ਹੋ ਜਾਵੇਗੀ। ਮਾਇਆ ਦੇ ਨਾਲ ਨਹੀਂ ਹੁੰਦੀ। ਕਮਾਈ ਚੱਲ ਕਮਾਈ ਚੱਲ, ਕੋਲੂ ਦੇ ਬਲਦ ਮੰਗੋ ਆਖਰੀ ਸਾਹਸ ਤੱਕ। ਘੁੰਮੀ ਚੱਲ ਘੁੰਮੀ ਚੱਲ। ਜਿਸ ਤਰ੍ਹਾਂ ਘੋੜੇ ਦੇ ਉੱਤੇ ਜਾਂ ਬੋਤੇ ਦੇ ਉੱਤੇ ਉਹਨੂੰ ਚਲਾਉਣ ਵਾਲੇ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੇ ਆ। ਦੇਖ, ਤੂੰ ਮਾਇਆ ਦੇ ਲਈ ਕੰਮ ਕਰ ਰਿਹਾ। You are working for money, ਮਾਇਆ, ਮਟੀਰੀਅਲ। ਉਹਨੇ ਬੜੀ ਹੁਸ਼ਿਆਰੀ ਦੇ ਨਾਲ ਪ੍ਰਾਣੀ ਤੇਰੀਆਂ ਅੱਖਾਂ ਦੇ ਉੱਤੇ ਕਾਲੀ ਪੱਟੀ ਬੰਨ੍ਹ ਦਿੱਤੀ ਹੈ। ਘੋੜੇ ਨੂੰ ਪਤਾ ਹੁੰਦਾ, ਬੋਤੇ ਨੂੰ ਵੀ ਪਤਾ ਹੁੰਦਾ ਕਿ ਮੇਰੀਆਂ ਅੱਖਾਂ ਤੇ ਕੁਝ ਬੰਨਿਆ ਹੋਇਆ। ਵਿਚਾਰੇ ਘੁੰਮੀ ਜਾਂਦੇ ਨੇ ਸਾਰਾ ਦਿਨ। ਪਰ ਤੈਨੂੰ ਤਾਂ ਪਤਾ ਵੀ ਨਹੀਂ, ਤੈਨੂੰ ਗਿਆਨ ਵੀ ਨਹੀਂ ਕਿ ਮਾਇਆ ਨੇ ਤੇਰੀਆਂ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ। ਤੂੰ ਘੁੰਮੀ ਜਾਂਦਾ ਤੇ ਇੱਕ ਗੱਲ ਆਪਣੀ ਹੀ ਦੱਸਣੀ ਚਾਹੁੰਦਾ ਹੈ। ਸਾਰਾ ਦਿਨ ਦੱਸਦਾ ਫਿਰੀ ਜਾਂਦਾ, ਮੈਂ ਮੇਰੀ ਸੁਣੋ, ਮੈਂ ਆਹ ਕਰਤਾ, ਮੈਂ ਆਹ ਕਰਨ ਜਾ ਰਿਹਾ ਹਾਂ। ਪਤਾ ਨਹੀਂ ਲੋਕ ਮੇਰੀ ਕਿਉਂ ਨਹੀਂ ਸੁਣਦੇ। ਮੈਂ ਇੱਕ ਕਾਮਯਾਬ ਇਨਸਾਨ ਹਾਂ। ਮੈਂ ਮਟੀਰੀਅਲ ਕਮਾਇਆ, ਮਿਹਨਤ ਨਾਲ ਕਮਾਇਆ। ਕੋਈ ਠੱਗੀ ਨਹੀਂ ਮਾਰੀ, ਕੋਈ ਚੋਰੀ ਨਹੀਂ ਕੀਤੀ। ਇਹੀ ਦੁਹਾਈ ਦਿੰਦਾ ਤੂੰ ਤੁਰਿਆ ਫਿਰੀ ਜਾ ਰਿਹਾ ਭੋਲਿਆ, ਆਪਣੀ ਕਾਮਯਾਬੀ ਦੇ ਸੋਹਲੇ ਗਾਉਂਦਾ। ਪਰ ਤੈਂ ਦੇਖਿਆ, ਤੈਂ ਵਿਚਾਰਿਆ, ਕੌਣ ਸੁਣਦਾ ਤੈਨੂੰ? ਕਿਹਦੇ ਕੋਲ ਸਮਾਂ ਹੈ? ਤੇਰੀ ਬਾਵਾ ਕਰੀ ਜਾਂਦੇ ਨੇ, ਤੇਰੀ ਬੱਲੇ ਬੱਲੇ ਕਰੀ ਜਾਂਦੇ ਨੇ। ਉਹ ਵੀ ਲਾਲਚ ਨੂੰ। ਜਿੰਨਾ ਕੁ ਤੂੰ ਕਿਸੇ ਨੂੰ ਦਿੰਦਾ ਓਨਾ ਕੁ ਤੇਰੀ ਕੋਈ ਬੱਲੇ ਬੱਲੇ ਕਰੀ ਜਾਂਦਾ।
ਡਰਾਮਾ, ਨਾਟਕ, ਵੰਡਰਫੁਲ ਮੂਵੀ। ਤੂੰ ਸਕਰੀਨ ਦੇ ਉੱਤੇ ਮੂਵੀ ਦੇਖਦਾ ਹੈ, ਨਾਇਕ ਨੂੰ, ਹੀਰੋ ਨੂੰ, ਉਹਦੀ ਬੱਲੇ ਬੱਲੇ ਹੁੰਦੀ ਹੈ। ਧਰਤੀ ਦੇ ਉੱਤੇ ਪ੍ਰਾਣੀ ਤੂੰ ਨਾਇਕ ਬਣਿਆ ਹੋਇਆ, ਤੇਰੀ ਜੈ ਜੈਕਾਰ, ਬੱਲੇ ਬੱਲੇ। ਫਿਰ ਤੂੰ ਭੋਲਿਆ ਆਪਣੇ ਆਪ ਨੂੰ ਬਾਬੇ ਦਾ ਸਿੱਖ ਕਹਾਉਣਾ। ਬਾਬਾ ਕਹਿੰਦਾ ਥੱਲੇ ਥੱਲੇ ਰਹਿ, ਨੀਵਾਂ ਹੋ ਜਾ, ਨੀਵਾਂ ਹੋ ਜਾ। ਤੂੰ ਕਹਿਣਾ ਮੈਂ ਛੜੱਪੇ ਮਾਰਨੇ ਨੇ, ਉੱਚਾ ਹੋਣਾ, ਉੱਚਾ ਹੋਣਾ। ਬਾਬਾ ਕਹਿੰਦਾ ਸੁਣ ਲੈ ਗੱਲ ਅਕਾਲ ਦੀ। ਤੂੰ ਕਹਿਣਾ ਮੈਂ ਸੁਣਾਉਣੀ ਹੈ ਆਪਣੀ ਸਕਸੈਸ ਦੀ, ਆਪਣੀ ਕਾਮਯਾਬੀ ਦੀ। ਤੂੰ ਮਨ ਦੀ ਬਾਤ ਕਹਿਣ ਨੂੰ ਫਿਰਦਾ, ਆਪਣੇ ਮਨ ਦੀ। ਜਿਹੜਾ ਮਨ ਤੇਰਾ ਜ਼ਹਿਰੀਲਾ ਹੋ ਗਿਆ, ਭੋਲਿਆ, ਜ਼ਹਿਰ ਨਾ ਭਰ ਗਿਆ, ਹੰਕਾਰ ਨਾ ਭਰਿਆ ਹੋਇਆ। ਹੰਕਾਰ ਦੇ ਨਾਲ ਭਰੇ ਹੋਏ ਮਨ ਦੀ ਗੱਲ ਕੌਣ ਸੁਣੂਗਾ? ਹੰਕਾਰੀ ਨੂੰ ਦੁਨੀਆ ਪਸੰਦ ਨਹੀਂ ਕਰਦੀ, ਪ੍ਰਭੂ ਵੀ ਨਹੀਂ। ਨਿਮਰਤਾ, ਨੀਮਾ, ਨੀਮਾ, ਨੀਚਾਂ ਤੋਂ ਵੀ ਨੀਚ। ਤੈਨੂੰ ਤੇਰੇ ਬਾਬੇ ਨੇ ਸਮਝਾਇਆ, ਜੇ ਖੱਟੀ ਖੱਟਣੀ ਹੈ, ਪ੍ਰਾਪਤੀ ਕਰਨੀ ਹੈ ਛੋਟੇ ਜਿਹੇ ਜੀਵਨ ਦੇ ਵਿੱਚ, ਅੱਖ ਦੀ ਝਮਕ ਜਿੰਨਾ ਜੀਵਨ ਤੈਨੂੰ ਮਿਲਿਆ ਬੜਾ ਛੋਟਾ ਹੈ। ਉਹਦੀ ਪ੍ਰਾਪਤੀ, ਉਹਦਾ ਨਾਮ, ਉਹਦੀ ਸਿਫਤ ਸਲਾਹ। ਸਾਰਾ ਦਿਨ ਝੂਠੀ ਗੱਲ ਦੀ ਥੈਂਕ ਯੂ ਕਰੀ ਜਾਂਦਾ। ਉਹਦਾ ਥੈਂਕ ਯੂ ਕਰਨਾ ਕਦੇ ਯਾਦ ਕਰ ਲੈ। ਜਿਹਨੇ ਤੈਨੂੰ ਘੜਿਆ, ਬਣਾਇਆ, ਧਰਤੀ ਤੇ ਲੈ ਕੇ ਆਇਆ, ਪਰਿਵਾਰ ਵਧੀਆ ਦਿੱਤਾ, ਤੈਨੂੰ ਫਲਦਾ ਇੰਨਾ ਫਲਾਤਾ ਕਿ ਤੂੰ ਇਹ ਸਮਝਣ ਲੱਗ ਗਿਆ ਕਿ ਮੈਂ ਉਹੀ ਕੀਤਾ, ਆਈ ਡਿਡ, ਮੈਂ ਬਣਾਇਆ। ਵਾਪਸ ਮੁੜਿਆ, ਕਮ ਬੈਕ। ਵੱਡੇ ਵੱਡੇ ਮੁੜੇ ਆ, ਤੇ ਤੋਂ ਬਹੁਤ ਵੱਡੇ ਵੱਡੇ ਹੋਏ ਆ, ਜਿਹੜੇ ਜਾਂਦੇ ਹੋਏ ਕਹਿ ਗਏ ਲਟਕਾ ਦਿਓ ਮੇਰੀਆਂ ਬਾਹਾਂ ਥੱਲੇ, ਖੋਲ ਦਿਓ ਮੇਰੇ ਹੱਥ, ਮੈਂ ਖਾਲੀ ਖਾਲੀ ਜਾ ਰਿਹਾ, ਪਛਤਾਉਂਦਾ ਜਾ ਰਿਹਾ। ਐ ਪ੍ਰਾਣੀ, ਤੂੰ ਆਪਣੇ ਆਪ ਨੂੰ ਛੱਡ ਕੇ ਆਪਣੇ ਪਿਤਾ ਦੇ ਅਸੂਲਾਂ ਨੂੰ ਅਪਣਾ ਲੈ, ਲਾਹਾ ਖੱਟ ਲੈ। ਜਿਵੇਂ ਉਹਨੇ ਵੰਡਿਆ ਸੱਚਾ ਸੌਦਾ, ਜਿਵੇਂ ਉਹਨੇ ਵਰਤਾਇਆ ਟਰੂ ਇਨਵੈਸਟਮੈਂਟ, ਉਹ ਇਨਵੈਸਟਮੈਂਟ ਕਰ। ਫਿਰ ਪਛਤਾਵਾ ਨਹੀਂ, ਦਲਾਸਾ, ਉਹਦਾ ਪਿਆਰ। ਸ਼ਾਖ ਸ਼ਾਖ ਪ੍ਰਭੂ ਤੇਰੀ ਇਸੇ ਬੋਡੀ ਦੇ ਵਿੱਚ, ਇਸੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਤੈਨੂੰ ਝਲਕੀਆਂ ਦਿਖਾਵੇਗਾ ਅਕਾਲ, ਆਪਣੇ ਵਰਗੀਆਂ। ਕਿਸ ਤਰ੍ਹਾਂ ਦਾ ਪ੍ਰਭੂ, ਕਿਸ ਤਰ੍ਹਾਂ ਦਾ ਤੇਰਾ ਬਾਬਾ? ਤੈਨੂੰ ਕਹਿੰਦਾ ਬਿਆਨਿਆ ਵੀ ਨਹੀਂ ਜਾ ਸਕਦਾ, ਸ਼ਬਦਾਂ ਨਾਲ ਦਰਸਾਇਆ ਵੀ ਨਹੀਂ ਜਾ ਸਕਦਾ, ਅੱਖਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ, ਕੰਨਾਂ ਨਾਲ ਸੁਣਿਆ ਵੀ ਨਹੀਂ ਜਾ ਸਕਦਾ। ਇੰਨਾ ਮਹਾਨ ਹੈ ਪ੍ਰਭੂ। ਸੁਣਨ ਦੀ ਆਦਤ ਪਾ ਲੈ, ਉਹਦਾ ਨਾਦ, ਉਹਦਾ ਸ਼ਬਦ। ਬਹਾਨੇ ਨਾ ਬਣਾ, ਤੈਨੂੰ ਹੀ ਲਾਭ ਹੈ, ਤੈਨੂੰ ਹੀ ਉਹਦਾ ਲਾਭ ਹੈ।
ਗੁਰੂ ਤੇਰਾ ਤੈਨੂੰ ਪੁਕਾਰਦਾ 24 ਘੰਟੇ 7 ਦਿਨ, ਆਵਾਜ਼ਾਂ ਮਾਰਦਾ, ਤੂੰ ਪਰਵਾਹ ਹੀ ਨਹੀਂ ਕਰਦਾ। ਗਵਾਚ ਗਿਆ। ਇੱਕ ਗੱਲ ਕੰਧ ਉੱਤੇ ਲਿਖੀ ਪੜ੍ਹ ਲੈ, 100 ਵਾਰ ਸੋਚ ਲੈ ਕਿ ਜਿੱਥੋਂ ਆਇਆ ਉੱਥੇ ਜਾਣਾ ਪੈਣਾ। ਆ ਜਿਹੜਾ ਸੁਪਨਾ ਦੇਖਣ ਆਇਆ ਨਾ ਧਰਤੀ ਤੇ ਪ੍ਰਾਣੀ, ਇਹ ਸੁਪਨਾ ਖੁੱਲ ਜਾਣਾ, ਜਾਗ ਪੈਣਾ। ਤੈਂ ਜਿੱਥੋਂ ਆਇਆ ਉੱਥੇ ਹੀ ਜਾਣਾ। ਉਹ ਉਡੀਕ ਰਿਹਾ ਤੈਨੂੰ। That is the only truth। ਇਹੀ ਸੱਚ ਵਾ। ਬਾਬੇ ਨਾਨਕ ਨੇ ਤੈਨੂੰ ਬਾਰ-ਬਾਰ ਸਮਝਾਇਆ, ਕਿਰਤ ਕਰ, ਉਹਦੀ ਸ਼ੇਖੀ ਨਾ ਮਾਰ, ਨਾਮ ਜਪ, ਵੰਡ ਛਕ। ਕਿਰਤ ਵੀ ਤੇਤੋਂ ਉਹੀ ਕਰਵਾਉਂਦਾ, ਪਦਾਰਥ ਵੀ ਤੇਤੋਂ ਉਹੀ ਉਪਜਾਉਂਦਾ। ਫਿਰ ਸ਼ੇਖੀ ਕਾਦੀ? ਨਿਮਰਤਾ, ਨਿਮਰਤਾ, ਨਿਮਰਤਾ। ਸਾਰੀ ਦੀ ਸਾਰੀ ਗੁਰਬਾਣੀ ਇੱਕੋ ਇੱਕ ਸੁਨੇਹਾ ਤੈਨੂੰ ਦਿੰਦੀ ਹੈ ਕਿ ਫੁੱਲ ਨਾ ਜਾਈ, ਫੁੱਲ ਕੇ ਖਿਲਰ ਨਾ ਜਾਈ। ਇੱਕ ਇੱਕ ਬਣਿਆ ਰਹਿ, ਇੱਕ ਦੇ ਨਾਲ ਇੱਕ ਬਣ ਜਾ, ਉਹਦੀ ਅਸੀਸ ਦੇ ਨਾਲ। ਜਪਜੀ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਜੇ ਤੁਸੀਂ ਇਸ ਤਰ੍ਹਾਂ ਕਹਿ ਲਵੋ ਕਿ ਦੁਨੀਆ ਦੀ ਸਾਰੀ ਸ੍ਰਿਸ਼ਟੀ ਦਾ ਗਿਆਨ ਹੈ ਜਿਹੜਾ, ਉਹਨੂੰ ਇਕੱਠਾ ਕਰ ਲਿਆ ਜਾਵੇ, ਵਿਜ਼ਡਮ ਆਫ ਦਾ ਹੋਲ ਵਰਲਡ, ਤਦ ਜਪਜੀ ਦਾ ਜਿਹੜਾ ਗਿਆਨ ਹੈ ਉਹ ਤੋਂ ਵੀ ਵਧੇਰੇ ਹੋਵੇਗਾ। ਪਲੈਨਟ ਇੱਕ ਦੀ ਗੱਲ ਨਹੀਂ ਕਰਦੇ ਪਾਤਸ਼ਾਹ, ਯੂਨੀਵਰਸ ਜੋ ਤੁਹਾਨੂੰ ਨਜ਼ਰ ਦੇ ਨਾਲ ਵੇਖਦੇ ਹੋ ਤੁਸੀਂ, ਉਹ ਸਾਰਾ ਹੀ ਜ਼ਿਕਰ ਕਰਦੇ ਆ। ਸਰੀਰ ਹੈ ਜਿਹੜਾ ਇੱਕ ਬ੍ਰਹਿਮੰਡ ਹੈ, ਜਿਹੜੇ ਸਰੀਰ ਨੂੰ ਅਸੀਂ, ਉਹਦੀ ਕੀਮਤ ਹੈ ਜਿਹੜੀ ਅਕਾਲ ਪੁਰਖ ਨੇ ਬ੍ਰਹਿਮੰਡਾਂ ਦੇ ਨਾਲ ਤੁਲਨਾ ਕੀਤੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਪਿੰਡ ਸਰੀਰ ਦਾ ਭਾਵ ਹੈ। ਕੱਲ ਆਪਾਂ ਇੱਕ ਸੁਣੀਏ ਦੀ ਪੌੜੀ ਦਾ ਵਿਚਾਰ ਕੀਤਾ ਸੀ। ਦਾਸ ਹਰ ਵੇਲੇ ਇਹ ਬੇਨਤੀ ਕਰਦਾ ਕਿ ਕੋਈ ਵੀ ਇਨਸਾਨ ਇੰਨਾ ਸਿਆਣਾ ਨਹੀਂ ਜਿਹੜਾ ਗੁਰੂ ਮਹਾਰਾਜ ਦੀ ਬਾਣੀ ਨੂੰ ਪਰਫੈਕਟ ਤੌਰ ਤੇ ਟ੍ਰਾਂਸਲੇਟ ਕਰ ਸਕੇ, ਸਮਝਾ ਸਕੇ। ਇਨਸਾਨ ਕੋਲ ਇੰਨੀ ਬੁੱਧ ਨਹੀਂ ਹੈ। ਹਾਂ, ਹਰ ਕੋਈ ਆਪਣੇ ਤਰੀਕੇ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਕੋਸ਼ਿਸ਼ ਕਰਦਾ ਹੈ। ਉਸ ਕੋਸ਼ਿਸ਼ ਦੇ ਅਧੀਨ ਦਾਸ ਵੀ ਕੁਝ ਟੱਕਰਾਂ ਆਪਣੇ ਮਨ ਦੇ ਨਾਲ ਮਾਰਦਾ, ਤਰਲੇ ਲੈਂਦਾ। ਕੱਲ ਆਪਾਂ 8ਵੀਂ ਪੌੜੀ ਜਪਜੀ ਸਾਹਿਬ ਦੀ ਵਿਚਾਰ ਕੀਤੀ ਸੀ। ਅੱਜ 9ਵੀਂ ਪੌੜੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਣਨ ਦੀ ਗੱਲ ਕਰਦੇ ਆ, ਫਿਰ ਮੰਨਣ ਦੀ ਗੱਲ ਕਰਦੇ ਆ, ਫਿਰ ਗਾਉਣ ਦੀ ਗੱਲ ਕਰਦੇ ਆ। ਜਿਹੜਾ ਇਨਸਾਨ ਦੁਨੀਆ ਦੇ ਵਿੱਚ ਸੁਣਨ ਦੀ ਆਦਤ ਪਾਉਂਦਾ ਹੈ ਉਹ ਮਹਾਨ ਹੈ। ਆਮ ਤੌਰ ਤੇ ਤੁਸੀਂ ਦੇਖਿਆ ਹੋਣਾ, ਟੀਵੀ ਤੇ ਡਿਬੇਟ ਆਉਂਦੇ ਨੇ, ਹਰ ਇੱਕ ਨੂੰ ਆਪਣਾ ਸਮਾਂ ਨਿਯਤ ਕੀਤਾ ਜਾਂਦਾ ਹੈ ਕਿ ਕਿੰਨੇ ਮਿੰਟ ਤੂੰ ਬੋਲਣਾ, ਕਿੰਨੇ ਮਿੰਟ
दूसरे ने बोलना, तीसरे ने बोलना, चौथे ने बोलना आदि। पर उस वेले जदों वो डिबेट कर रहे हुंदे आ, उन्हां विच सुणन दी शक्ति बहुत घट जाती है। वो दसना चाहुंदे आ, विचों टोकी जाते आ, एक टोकदा, दूसरा टोकदा। ते कई बार इस तरह हुंदा, जिन्ने भी डिबेट वाले बुलारे हुंदे आ, उन्हां दा जिहड़ा होस्ट हुंदा उहदे कानूनां नूं छिक्के टंग के सारे बोलण लग जाते आ। खलबली मच जाती है, कोई समझ नहीं आती। टीवी वाले वपारक तौर पर उन्होंने बैस्ट डिबेट कहते हैं, जिथे सारी बोली जान, एक दूजे के गल पैण। दास ने यह गल इस करके की है कि बंदे का सुभाव बोलना है, बोलना है, अपनी गल दसण का एक तरीका, अपने आप को प्रगट करना। सच्चे पातशाह गुरु नानक साहब ने सुनन बारे कहा कि जे तुसी ओहदी बात, ओहदा गीत, ओहदा विचार मन दे विच बसाउने हो, तां थोड़े जिहड़े कवाड़ है दिमाग दे खुल जाते हैं। दरअसल वो मैल दे नाल ब्लॉक होए हुए है, दुनिया की मैल, मैं दी मैल, ईगो की मैल, निंदिया चुगली की मैल। जे कोई चीज ब्लॉक हुई हुई है, ਉਹਦੇ ਵਿੱਚ दूसरी चीज लंघ नहीं सकती। सेम वे असी फिल्टर यूज करते हैं कारां दे विच, घरां दे विच। जदों मैले हो जाते हैं तो उन्होंने कढ़ के साफ करते हैं पानी नाल, स्टीम नाल, हवा नाल, ते फिर उन्हां दे विच दुबारा हवा प्रवेश होंदी है। जे साडे मन दे विच पहलां ही मैल लगी हुई है, असी वो गल सुने नहीं सकते जिहड़ी गुरु नानक साहब सानू समझा रहे हैं। दरअसल गल इक्को ही है, अकाल दी गल, परमात्मा दी गल, रब दी गल, वाहिगुरू दी गल, एक ओंकार सतनाम दी गल। तीन अखर है जिहड़े एक ओंकार सतनाम, इन्हां दे विच सारी सृष्टि है जिहड़ी समोई हुई है। ये तो अगे तो एक्सप्लेनेशन है, जिन्नी मर्जी ਵਧਾਈ जावो। मूल मंत्र कनकलूजन है, ते बाकी सारा विस्तार है। जे कोई चित्त ला के अकाल पुरख की बाणी नूं सुणदा, समझदा, विचारदा, तां ओनू की लाभ मिलदा है, ओनू की फायदा हुंदा है, ओनू की प्रॉफिट हुंदा है। दुनिया दे तमाम कारोबार है जिहड़े वो प्रॉफिट एंड लॉस ते टिके हुए हैं। कोई भी दुनिया का इस तरह का धंधा नहीं है जिहदे विच घाटे दे असार ना होण। जो भी कोई बिजनेस इंसान तोड़दा है तो उहदा जिहड़ा नैगेटिव पहलू है वो लॉस है, घट है। गुरु नानक साहब सच्चे पातशाह जिहड़े सानू सुनने दे लई प्रेरदे है, उहदे विच नो लॉस है, घाटा है ही नहीं। प्रॉफिट ही है, लाभ ही है।
ਨਿਰੰਕਾਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣੀਏ ਈਸਰ ਬਰਮਾ ਇੰਦ। ਦੁਨੀਆ ਦੇ ਵਿੱਚ 3 ਦੇਵਤੇ ਨੇ, ਏਕਾ ਮਾਈ ਜੁਗਤ ਬਿਆਈ 3 ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ। ਇੱਥੇ ਪਾਤਸ਼ਾਹ ਗੱਲ ਕਰਦੇ ਆ 3 ਦੇਵਤਿਆਂ ਦੀ, ਪਰ ਇੱਥੇ ਨਾਲ ਇੰਦਰ ਦੀ ਗੱਲ ਕਰ ਰਹੇ ਆ। ਈਸਰ ਬਰਮਾ ਇੰਦ। ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹੈ ਕਿ ਜੇ ਤੁਸੀਂ ਅਕਾਲ ਦੀ ਜਿਹੜਾ ਸਭ ਤੋਂ ਉੱਪਰ ਹੈ, ਇਹਨਾਂ 3 ਦੇਵਤਿਆਂ ਨਾਲੋਂ ਸ੍ਰੇਸ਼ਟ ਹੈ। ਦਰਅਸਲ ਇਹਨਾਂ ਨੂੰ ਬਣਾਉਣ ਵਾਲਾ ਅਕਾਲ ਪੁਰਖ ਹੈ, ਇਹਨਾਂ ਦਾ ਕ੍ਰੀਏਟਰ ਹੈ, ਇਹ ਕ੍ਰੀਏਸ਼ਨ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਇਨਕਲਾਬ ਲੈ ਕੇ ਆਂਦਾ, ਰੈਵੋਲੂਸ਼ਨ ਲੈ ਕੇ ਆਂਦਾ ਕਿ ਤੁਸੀਂ ਇਸ ਝਾਂਜਟ ਦੇ ਵਿੱਚੋਂ ਨਿਕਲ ਜਾਵੋ। ਤੁਹਾਨੂੰ ਇੱਕ ਮਹਾਨ ਬ੍ਰਿਸ਼ ਜਿਹੜਾ ਦੁਨੀਆ ਨੂੰ ਛਾਂ ਦਿੰਦਾ, ਉਹਦੇ ਪੱਤੇ ਤੇ ਟਾਹਣੀਆਂ ਨੂੰ ਮੰਨਣ ਦੀ ਕੋਈ ਲੋੜ ਨਹੀਂ। ਤੁਸੀਂ ਉਸ ਬ੍ਰਿਸ਼ ਨੂੰ ਸਤਿਕਾਰ ਦਿਓ ਜੋ ਅੰਮ੍ਰਿਤ ਵੰਡਦਾ ਹੈ, ਭਾਵ ਅਕਾਲ ਪੁਰਖ ਨੂੰ ਸਿਰ ਝੁਕਾਓ। ਜਿਹੜੇ ਦੇਵੀ ਦੇਵਤੇ ਆ ਉਹ ਸਾਰੇ ਉਹਨੇ ਉਤਪਤ ਕੀਤੇ ਨੇ। ਤੁਹਾਨੂੰ ਉਹਦਾ ਨਾਮ ਸੁਣ ਕੇ ਇਸ ਤਰ੍ਹਾਂ ਮਹਿਸੂਸ ਹੋਊ ਕਿ ਤੁਸੀਂ ਖੁਦ ਹੀ ਈਸਰ ਬਰਮਾ ਇੰਦ 3 ਦੇਵਤਿਆਂ ਵਰਗੀ ਪਰਸਨੈਲਿਟੀ ਧਾਰਨ ਕਰ ਲਵੋਗੇ, ਕਿਉਂਕਿ ਤੁਸੀਂ ਅਕਾਲ ਪੁਰਖ ਦੇ ਨਾਲ ਪਿਆਰ ਪਾਇਆ। ਮਿਸਾਲ ਵਜੋਂ ਤੁਸੀਂ ਕਿਸੇ ਵੀ ਲਾ ਇਨਫੋਰਸਮੈਂਟ ਏਜੰਸੀ ਦੇ ਵਿੱਚ ਜਾਂਦੇ ਹੋ, ਉੱਥੇ ਜਿਹੜਾ ਚੀਫ ਹੈ, ਸਭ ਤੋਂ ਵੱਡਾ ਅਫਸਰ ਹੈ, ਜੇ ਤੁਸੀਂ ਉਹਨੂੰ ਮਿਲ ਲੈਂਦੇ ਹੋ ਤਾਂ ਥੱਲੇ ਦੇ ਜਿਹੜੇ ਸੰਤਰੀ ਹੈ, ਕਲਰਕ ਹੈ, ਸੁਪਰਵਾਈਜ਼ਰ ਹੈ, ਅਫੀਸਰ ਹੈ, ਉਹਨਾਂ ਨੂੰ ਕੋਈ ਮਿਲਣ ਦੀ ਲੋੜ ਨਹੀਂ ਰਹਿ ਜਾਂਦੀ, ਕਿਉਂਕਿ ਜਿਹੜਾ ਚੀਫ ਹੈ ਉਸ ਆਫਿਸ ਦਾ ਸ੍ਰੇਸ਼ਟ ਹੈ, ਸਭ ਤੋਂ ਉੱਪਰ ਹੈ। ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਜੇ ਤੁਸੀਂ ਉਹਨੂੰ ਸੁਣਦੇ ਹੋ, ਵਿਚਾਰਦੇ ਹੋ, ਤਾਂ ਤੁਹਾਡੇ ਵਿੱਚ ਉਹਨਾਂ ਗਿਆਨ ਆਜੂ ਜਿੰਨਾ ਈਸਰ ਬਰਮਾ ਇੰਦ ਦੇ ਵਿੱਚ ਹੈ। ਜਿਹੜਾ ਬ੍ਰਹਮ ਹੈ ਉਹ ਪਾਲਣ ਦਾ ਦੇਵਤਾ ਹੈ, ਉਤਪਤੀ ਦਾ ਦੇਵਤਾ ਹੈ, ਮਾਫ ਕਰਨਾ। ਵਿਸ਼ਨੂੰ ਹੈ ਜਿਹੜਾ ਉਹ ਪਾਲਦਾ ਹੈ, ਸ਼ਿਵ ਜੀ ਹੈ ਜਿਹੜਾ ਵਿਨਾਸ਼ ਕਰਦਾ ਹੈ, ਇੰਦਰ ਹੈ ਜਿਹੜਾ ਉਹ ਰੇਨ ਗॉड ਜਿਹਨੂੰ ਕਹਿ ਦਿੰਦੇ ਆ ਮੀਂਹ ਦਾ ਦੇਵਤਾ ਹੈ, ਇੰਚਾਰਜ ਆਫ ਮੋਇਸਚਰ, ਠੰਡ ਮੀਂਹ ਨੂੰ ਪੈਦਾ ਕਰਦਾ। ਚਾਹੇ ਕੁਝ ਵੀ ਹੋਵੇ, ਇਹ 4 ਜਿਹੜੇ ਦੇਵਤੇ ਆ ਵੱਡੇ ਮੇਜਰ ਦੇਵਤੇ ਆ, ਇਹਨਾਂ ਦੇ ਵਿਭਾਗ ਆ ਜਿਹੜੇ ਵੱਡੇ ਆ, ਇੱਕ ਮੌਤ ਦਾ, ਇੱਕ ਜਨਮ ਦਾ, ਇੱਕ ਪਾਲਣ ਦਾ, ਇੱਕ ਮੀਂਹ ਪਾਉਣ ਦਾ। ਪਾਤਸ਼ਾਹ ਮਿਹਰ ਕਰਦੇ ਆ ਕਿ ਤੁਹਾਨੂੰ ਇਸ ਜੱਬ 'ਚ ਪੈਣ ਦੀ ਲੋੜ ਨਹੀਂ ਹੈ। ਤੁਸੀਂ ਜਿਹਨੇ ਵਿਭਾਗ ਬਣਾਏ ਆ,
ਇਹਨਾਂ ਦੇ ਮਹਿਕਮੇ ਬਣਾ ਕੇ ਇਹਨਾਂ ਨੂੰ ਇੰਚਾਰਜ ਬਣਾਇਆ। ਤੁਹਾਡੀ ਉਹਦੇ ਨਾਲ ਸਿੱਧੀ ਗੱਲ ਹੋਇਆ। ਤੁਹਾਨੂੰ ਇਹਨਾਂ ਦੀ ਕੇਅਰ ਕਰਨ ਦੀ ਕੀ ਲੋੜ ਰਹੇਗੀ? ਤੁਸੀਂ ਖੁਦ ਹੀ ਉਹਨਾਂ ਗਿਆਨ ਹਾਸਲ ਕਰ ਸਕਦੇ ਹੋ ਜਿੰਨਾ ਇਹਨਾਂ ਦੇ ਕੋਲ ਹੈ। ਸੁਣੀਏ ਈਸਰ ਬਰਮਾ ਇੰਦ, ਸੁਣੀਏ ਮੁਖ ਸਲਾਹਣ ਬੰਦ। ਇਹ ਗੱਲ ਵਿਚਾਰਨ ਵਾਲੀ ਹੈ। ਜ਼ਿਆਦਾਤਰ ਅਸੀਂ ਜੀਭ ਰਸ ਲੈਂਦੇ ਹਾਂ। ਚੰਗਾ ਭੋਜਨ ਖਾਂਦੇ ਆ ਉਦੋਂ ਜੀਭ ਆਨੰਦ ਮਾਣਦੀ ਹੈ। ਮੰਦਾ ਬੋਲਦੇ ਆ ਉਦੋਂ ਜੀਭ ਜ਼ਿਆਦਾ ਆਨੰਦ ਮਾਣਦੀ ਹੈ। ਦਰਅਸਲ ਸਾਡੇ ਸਰੀਰ ਦੇ ਵਿੱਚ ਸਭ ਤੋਂ ਜ਼ਰੂਰੀ, ਇੰਪੋਰਟੈਂਟ ਤੇ ਸਭ ਤੋਂ ਜ਼ਿਆਦਾ ਸ਼ਰਾਰਤੀ ਅੰਗ ਜੀਭ ਹੈ। ਸਭ ਤੋਂ ਜ਼ਰੂਰੀ ਤੇ ਸਭ ਤੋਂ ਜ਼ਿਆਦਾ ਸ਼ੈਤਾਨ ਕਨਿੰਗ ਅੰਗ ਹੈ ਜਿਹੜਾ ਜੀਭ ਹੈ। ਦੁਨੀਆ ਦੀਆਂ तमाम ਲੜਾਈਆਂ ਨੇ ਜਿਹੜੀਆਂ ਸਾਡੀ ਜ਼ੁਬਾਨ ਕਰਕੇ ਹੁੰਦੀਆਂ ਨੇ। ਸਾਨੂੰ ਜਦੋਂ ਓਵਰ ਈਟ ਕਰਦੇ ਆ ਜ਼ਿਆਦਾਤਰ ਬਿਮਾਰੀਆਂ ਲੱਗਦੀਆਂ ਨੇ ਜ਼ਿਆਦਾ ਖਾਣ ਨਾਲ। ਡਾਕਟਰ ਸਾਹਿਬਾਨ ਨੇ ਇਹ ਸਿੱਧ ਕਰ ਦਿੱਤਾ ਕਿ 50 ਸਾਲ ਦੀ ਉਮਰ ਤੋਂ ਬਾਅਦ ਇਨਸਾਨ ਆਪਣੇ ਆਪ ਨੂੰ ਮੇਨਟੇਨ ਕਰਨ ਦੇ ਲਈ ਜ਼ਿਆਦਾ ਖਾਂਦਾ ਹੈ, ਓਵਰ ਈਟ ਕਰਦਾ ਹੈ। ਉਹਦੀ ਲੋੜ ਤਕਰੀਬਨ 25% ਅਤੇ 75% ਖਾਂਦਾ ਹੈ। ਇਸ ਗੱਲ ਨੂੰ ਮੇਕ ਸ਼ੋਰ ਕਰਨ ਨੂੰ ਕਿ ਮੇਰੀ ਉਮਰ ਵੱਧਦੀ ਜਾਂਦੀ ਹੈ, ਮੈਂ ਕਮਜ਼ੋਰ ਨਾ ਹੋ ਜਾਵਾਂ। ਉਹਦੇ ਮਨ ਦਾ ਇੱਕ ਭੁਲੇਖਾ ਹੈ, ਖਾਈ ਜਾਂਦਾ ਕਿਉਂਕਿ ਉਹਦੇ ਵਿੱਚ ਉਹਦਾ ਸਾਥ ਹੈ ਜਿਹੜਾ ਉਹਦੀ ਜੀਭ ਬੜਾ ਦਿੰਦੀ ਹੈ, ਸ਼ਰਾਰਤ ਕਰਦੀ ਹੈ ਕਿ ਹੋਰ ਲਿਆ, ਐਵੇਂ ਬੋਲੀ ਜਾਂਦੇ ਆ, ਸਾਰੇ ਹੀ ਖਾਂਦੇ ਆ। ਖਾਣਾ ਤਾਂ ਚਾਹੀਦਾ, ਸਰੀਰ ਨੂੰ ਲੋੜ ਹੈ। ਜਿਹੜਾ ਭਗਤ ਦਰਵੇਸ਼ ਅੰਗ ਹੈ ਸਾਡੇ ਸਰੀਰ ਦੇ ਵਿੱਚ, ਉਹ ਸਾਡਾ ਢਿੱਡ ਹੈ। ਬੜਾ ਹੀ ਭੋਲਾ, ਸਾਦਾ, ਸਿੱਧਾ, ਚਤਰਾਈ ਆਉਂਦੀ ਨਹੀਂ ਹੈ ਜਮਾਈ ਉਹਨੂੰ। ਤੇ 20 ਮਿੰਟ ਤੱਕ ਉਡੀਕਦਾ। ਦਰਅਸਲ ਜਿਹੜੀ ਜੀਭ ਹੈ ਸ਼ਰਾਰਤ ਨਾਲ ਉਹਨੂੰ ਬਰਗਲਾ ਲੈਂਦੀ ਹੈ ਕਿ ਖਾਈ ਚੱਲ। ਉਹ ਵਿਚਾਰਾ 20 ਮਿੰਟ ਬਾਅਦ ਸੰਦੇਸ਼ ਭੇਜਦਾ ਦਿਮਾਗ ਨੂੰ ਵੀ ਹੁਣ ਇਹਨੂੰ ਕਹਿ ਦੋ ਬੰਦ ਕਰ ਦੇਵੇ, ਨਾ ਭੇਜੇ ਫੂਡ ਜ਼ਿਆਦਾ। ਖਾਣ ਦੇ ਲਈ ਤੇ ਬੋਲਣ ਦੇ ਲਈ, ਪ੍ਰੋਬਲਮ ਸਮੱਸਿਆ ਪੈਦਾ ਕਰਨ ਦੇ ਲਈ ਜਿਹੜਾ ਲੰਬੜਦਾਰ ਮੈਂਬਰ ਹੈ ਸਾਡੀ ਬਾਡੀ ਦਾ, ਉਹ ਜੀਭ ਹੈ ਤੇ ਹਮੇਸ਼ਾ ਸਮੱਸਿਆ 'ਚ ਪਾਉਂਦੀ ਹੈ। ਦਾਸ ਨੇ ਏਡੀ ਵੱਡੀ ਲੰਬੀ ਸਟੋਰੀ ਕਿਉਂ ਬਣਾਈ ਹੈ? ਪਾਤਸ਼ਾਹ ਨੇ ਸੁਲਾਹਣ ਮੰਦ ਦੀ ਗੱਲ ਕੀਤੀ ਹੈ। ਜਿਹੜਾ ਮੰਦਾ ਲਫ਼ਜ਼ ਅਸੀਂ ਬੋਲਦੇ ਹਾਂ, ਸਾਰਾ ਦਿਨ ਬੋਲਦੇ ਹਾਂ। ਕਈ ਵਾਰ ਇਸ ਤਰ੍ਹਾਂ ਹੁੰਦਾ, ਸਾਡੇ ਬੜੇ ਪਿਆਰੇ ਮਿੱਤਰ ਹੁੰਦੇ ਆ, ਸਾਰਿਆਂ ਦੇ ਹੀ ਹੈ। ਜਦੋਂ ਇੱਕ ਮਿੱਤਰ ਉੱਠ ਕੇ ਚਲੇ ਜਾਂਦਾ, ਅਸੀਂ ਦੂਸਰੇ ਦਾ ਹੀ ਨਿੰਦਿਆ ਚੁਗਲੀ ਕਰਦੇ ਆ। ਫਿਰ ਜਦ ਦੂਸਰਾ ਉੱਠ ਕੇ ਜਾਂਦਾ, ਉਹਨੂੰ ਵੀ ਨਹੀਂ ਬਖਸ਼ਦੇ। ਤੀਸਰਾ, ਚੌਥਾ, ਪੰਜਵਾਂ, ਸਾਰਾ ਦਿਨ ਸਾਡੀ ਜੀਭ ਹੈ ਜਿਹੜੀ ਉਹਨਾਂ ਨੂੰ ਕੋਸਦੀ ਹੈ। ਮਿੱਤਰਾਂ ਦੀ ਉਹ ਭੰਡੀ ਕਰੀ ਜਾਂਦੀ ਹੈ, ਕਿਉਂਕਿ ਜੀਭ ਨੂੰ ਤਾਂ ਸਵਾਦ ਚਾਹੀਦਾ, ਚਾਹੇ ਮਿੱਤਰ ਆਵੇ ਚਾਹੇ ਦੁਸ਼ਮਣ ਆਵੇ, ਉਹਨੇ ਤਾਂ ਰਸ ਲੈਣਾ, ਮੰਦਾ ਬੋਲਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਇਹ ਸਮੱਸਿਆ ਹੱਲ ਹੋ ਸਕਦੀ ਹੈ, ਜੀਭ ਨੂੰ ਨੱਥ ਪਾਈ ਜਾ ਸਕਦੀ ਹੈ। ਕਿਸ ਤਰੀਕੇ ਦੇ ਨਾਲ ਕਿ ਇਹਨੂੰ ਘੂਰ ਕੇ ਡਿਸਿਪਲਿਨ 'ਚ ਲਿਆ ਕੇ
ਬਜਾਏ ਚੁਗਲੀ ਨਿੰਦਿਆ ਕਰੇ ਇਹਨੂੰ ਅਕਾਲ ਪੁਰਖ ਦੀ ਬਾਣੀ ਪ੍ਰਸ਼ੰਸਾ ਉਹਦਾ ਨਾਮ ਉਹਦੇ ਵਿੱਚ ਇਹ ਗਵਾਚ ਜਾਵੇ ਤਾਂ ਜਿਹੜੇ ਭੈੜੇ ਸ਼ਬਦ ਬੋਲਦੀ ਆ ਸਾਰਾ ਦਿਨ ਉਹ ਚੰਗੇ ਬੋਲਣ ਲੱਗ ਜੂ, ਸਲਾਹਣ ਵਾਲੇ ਬੋਲਣ ਲੱਗ ਜੂਗੀ, ਜਿਹਦੀ ਲੋਕ ਸਿਫਤ ਕਰਨਗੇ। ਸੁਣਿਆ ਮੁਖ ਸਲਾਹਣ ਮੰਦ, ਮੰਦੇ ਲਫ਼ਜ਼ ਆ ਜਿਹੜੇ ਉਹ ਚੰਗਿਆਂ 'ਚ ਤਬਦੀਲ ਹੋ ਜਾਣਗੇ। ਸੁਣੀਏ ਜੋਗ ਜੁਗਤ ਤਨ ਭੇਦ, ਪਾਤਸ਼ਾਹ ਫਰਮਾਉਂਦੇ ਨੇ ਯੋਗ ਕੀ ਹੈ? ਵਾਟ ਇਜ਼ ਦਾ ਯੋਗ? ਯੋਗਾ ਯੋਗੀ ਅਸਲ 'ਚ ਪਰਸ਼ੀਅਨ ਸ਼ਬਦ ਹੈ ਯੋਗ, ਕਾਮਯਾਬ, ਕੁਆਲੀਫਾਈਡ, ਬਰਾਬਰ, ਕਾਫੀ ਇਹਦੇ ਮਤਲਬ ਕੱਢੇ ਜਾ ਸਕਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਯੋਗ ਹੈ ਜਿਹੜਾ ਉਹ ਅਕਲ ਗਿਆਨ ਦੇ ਲਈ ਵਰਤਿਆ, ਸਧਾਰਨ ਦੁਨੀਆ ਦੇ ਲਈ ਨਹੀਂ। ਦੁਨੀਆ ਦੇ ਗਿਆਨ ਦੀ ਗੱਲ ਨਹੀਂ ਕਰਦੇ ਪਾਤਸ਼ਾਹ, ਗੱਲ ਕਰ ਰਹੇ ਆ ਅਕਾਲ ਪੁਰਖ ਦੇ ਸਮਝਣ ਬਾਰੇ, ਉਹਨੂੰ ਮੰਨਣ ਬਾਰੇ, ਉਹਨੂੰ ਸੁਣਨ ਬਾਰੇ। ਜੇ ਤੂੰ ਇੱਕ ਮਨ ਬਣਾ ਲਵੇਂ, ਉਹਨੂੰ ਸੁਣਨ ਲੱਗ ਜਵੇਂ, ਪਹਿਲਾਂ ਇਹ ਹੁੰਦਾ ਹੈ ਕਿਉਂਕਿ ਸ਼ਰਾਰਤ ਦਿਮਾਗ ਦੇ ਵਿੱਚ ਸਾਡੇ ਸ਼ੈਤਾਨ ਜਿਹੜਾ ਬੈਠਾ ਉਹ ਕਹਿੰਦਾ ਨਹੀਂ 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 ਨਹੀਂ, ਉਹ ਨੋ ਕਰੀ ਜਾਂਦਾ ਸਾਰਾ ਦਿਨ। ਜੇ ਚੰਗਾ ਕੀਰਤਨ ਕੋਈ ਕਰਦਾ, ਕੋਈ ਵਿਚਾਰਵਾਨ, ਕੋਈ ਕਥਾ ਚੰਗੀ ਕਰਦਾ, ਉਹ ਰੋਕਦਾ। ਪਹਿਲੀ ਨਾ ਹੀ ਹੁੰਦੀ ਹੈ, ਸੁਭਾਅ ਹੈ ਉਹਦਾ। ਸਾਡੀ ਬਾਡੀ ਦੇ ਵਿੱਚ ਸੁਭਾਅ ਹੈ ਨੋ ਕਰਨ ਦਾ। ਭੇਦ ਹੈ ਇੱਕ, ਅਕਾਲ ਪੁਰਖ ਨੇ ਇਸੇ ਤਰ੍ਹਾਂ ਬਣਾਈ ਹੋਈ ਹੈ। ਤੁਸੀਂ ਕਈ ਵਾਰ ਦੇਖਿਆ ਹੋਣਾ ਦੁਨਿਆਵੀ ਜੀਵਨ ਦੇ ਵਿੱਚ, ਜੇ ਕਿਸੇ ਦੇ ਘਰੇ ਜਾਂਦੇ ਹੋ, ਕੋਈ ਚੀਜ਼ ਮੰਗਣ ਜਾਂਦੇ ਹੋ, ਅਬਲਾ ਤਾਂ ਮੰਗਣ ਦੀ ਲੋੜ ਕਿਸੇ ਨੂੰ ਨਾ ਪਵੇ, ਪਰ ਜੇ ਪੈ ਜਾਂਦੀ ਹੈ ਤਾਂ ਕਈ ਵਿਅਕਤੀ, ਕਈ ਮੈਂਬਰ ਘਰ ਦੇ ਇਸ ਤਰ੍ਹਾਂ ਦੇ ਹੁੰਦੇ ਆ, ਉਹਨਾਂ ਨੇ ਨਾ ਹੀ ਕਹਿਣੀ ਹੈ, ਜਵਾਬ ਹੀ ਦੇਣਾ ਹੁੰਦਾ। ਗਵਾਂਢੀਆਂ ਨੂੰ ਵੀ ਪਤਾ ਲੱਗ ਜਾਂਦਾ, ਆਮ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਉਸ ਟਾਈਮ ਨਾ ਜਾਇਓ ਉਹਨਾਂ ਦੇ ਘਰ ਦੇ ਵਿੱਚ ਜਦੋਂ ਫਲਾਣਾ ਘਰੇ ਹੋਵੇ, ਕਿਉਂਕਿ ਬਾਕੀ ਦੇ ਤਾਂ ਮੈਂਬਰ ਚੰਗੇ ਨੇ, ਪਰ ਜੇ ਉਹਨਾਂ ਦੇ ਘਰੇ ਉਹ ਪ੍ਰਾਣੀ ਹੋਇਆ, ਉਹਨੇ ਜਵਾਬ ਹੀ ਦੇ ਦੇਣਾ। ਦੇਖ ਲਿਓ ਸਵੇਰੇ ਸ਼ਾਮ ਜਦੋਂ ਚਲੇ ਜਾਵੇ ਉਦੋਂ ਘਰ ਜਾਣਾ ਚਾਹੀਦਾ। ਸੁਭਾਅ ਹੈ ਉਸ ਪ੍ਰਾਣੀ ਦਾ। ਇਸੇ ਤਰ੍ਹਾਂ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਜਿਹੜਾ ਭੇਦ ਹੈ ਬਾਡੀ ਦਾ, ਭੇਦ ਕੀ ਹੈ, ਜੁਗਤ ਕੀ ਹੈ, ਉਹਨੂੰ ਲੱਭਣ ਦੀ, ਆਪਣੇ ਆਪ ਨੂੰ ਮਿਟਾਉਣ ਦੀ, ਉਹਨੂੰ ਪਾਉਣ ਦੀ ਤੇ ਆਪਣੇ ਆਪ ਨੂੰ ਮਿਟਾਉਣ ਦੀ। ਜਿੰਨੀ ਦੇਰ ਅਸੀਂ ਨਹੀਂ ਮਿਟਦੇ ਉਨੀ ਦੇਰ ਉਹਨੂੰ ਪਾਉਣਾ ਸੰਭਵ ਨਹੀਂ ਹੈ। ਇੱਕ ਬਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਜਾਂ ਮੈਂ ਰਹੂ ਜਾਂ ਤੂੰ ਰਹੂ, both not same time, domination of one, ਜਾਂ ਅਕਾਲ ਦੀ ਡੋਮੀਨੇਸ਼ਨ ਹੋਊ ਜਾਂ ਕੱਕਾ ਕਾਲ ਦੀ ਹੋਊਗੀ। ਜ਼ਿਆਦਾਤਰ ਦੁਨੀਆ ਦੇ ਵਿੱਚ ਕਾਲ ਦੀ ਡੋਮੀਨੇਸ਼ਨ ਹੈ, ਮੈਂ ਦੀ ਡੋਮੀਨੇਸ਼ਨ ਹੈ, ਆਈ ਦੀ ਡੋਮੀਨੇਸ਼ਨ ਹੈ, ਬੂਈ ਦੀ ਡੋਮੀਨੇਸ਼ਨ ਹੈ। ਸੱਚੇ ਪਾਤਸ਼ਾਹ ਉਸ ਯੋਗ ਤੇ ਉਸ ਯੁਗਤ ਦੀ ਗੱਲ ਕਰ ਰਹੇ ਹੈ ਜਿਹਦੇ ਨਾਲ ਆਪੇ ਨੂੰ ਮਿਟਾਇਆ ਜਾ ਸਕੇ। ਸੁਣੀਏ ਸ਼ਾਸਤ ਸਿਮਰਤ ਵੇਦ। ਵੇਦ ਬਹੁਤ ਮਹਾਨ ਸ਼ਾਸਤਰ ਨੇ, ਗ੍ਰੰਥ ਨੇ, ਜਿੱਥੇ ਦੁਨੀਆ ਦੀ ਫਿਲਾਸਫੀ ਦੇ ਬਾਰੇ ਵਿਚਾਰ ਹੁੰਦੀ ਹੈ, ਅਕਲ ਹੈ। ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਮੈਂ ਵੱਡੀ ਅਕਲ ਦੇ ਦਿੰਦਾ,
ਵੱਡੇ ਵੱਡੇ ਗੱਡੇ ਪੜ੍ਹੇਗੇ ਹੋ, ਅੱਖਾਂ ਲਾਵੇਂਗੇ ਹੋ, ਫਿਰ ਐਨਕਾਂ ਲੱਗ ਜਾਣਗੀਆਂ, ਨਜ਼ਰ ਘਟ ਜੂਗੀ। ਮੈਂ ਤੁਹਾਡਾ ਸੌਖਾ ਫਾਇਦਾ ਕਰ ਦਿੰਦਾ, ਤੁਸੀਂ ਆਪਣੇ ਆਪ ਨੂੰ ਮਿਟਾ ਕੇ ਉਹਦੇ ਚਰਨਾਂ 'ਚ ਲੱਗ ਜਾਵੋ, ਉਹਦਾ ਵਿਚਾਰ ਸੁਣਨ ਲੱਗ ਜਾਵੋ, ਤੇ ਬਾਕੀ ਉਸ ਪੁਆਇੰਟ ਤੋਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਡੀ ਟੇਕ ਕੇਅਰ ਕਰਨ ਦੀ। ਤੁਸੀਂ ਐਡਮਿਸ਼ਨ ਲੈ ਲਓ, ਉਸ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਹੈ। ਐਡਮਿਸ਼ਨ ਦਾ ਇੱਥੇ ਕੋਈ ਫਾਰਮ ਨਹੀਂ ਭਰਨਾ, ਸਿਰਫ ਆਪਣੇ ਆਪ ਨੂੰ ਉਹਦੇ ਚਰਨਾਂ ਦੇ ਵਿੱਚ ਢੇਰੀ ਕਰਨਾ, ਜਿਹੜਾ ਕਿ ਅਸੀਂ ਰੋਜ਼ ਹੀ ਕਰਦੇ ਹਾਂ। ਗੁਰਦੁਆਰਾ ਸਾਹਿਬ ਜਾਂਦੇ ਆ, ਮੰਦਰ 'ਚ ਜਾਂਦੇ ਆ, ਮਸੀਤ 'ਚ ਜਾਂਦੇ ਆ, ਚਰਚ 'ਚ ਜਾਂਦੇ ਆ, ਤੇ ਮੱਥਾ ਬੜਾ ਪਿਆਰ ਨਾਲ ਟੇਕਦੇ ਆ, ਪਰ ਆਪਣੇ ਆਪ ਨੂੰ ਢੇਰੀ ਨਹੀਂ ਕਰਦੇ, ਬਚਾ ਜਾਂਦੇ ਆ ਉੱਥੇ ਚਲਾਕੀ ਦੇ ਨਾਲ। ਜਿੰਨੀ ਦੇਰ ਬਚਾਉਂਦੇ ਬਚਾਉਂਦੇ ਸਾਰੀ ਜ਼ਿੰਦਗੀ ਹੀ ਲੰਘਾ ਦਿੰਦੇ ਆ, ਆਪਣੇ ਆਪ ਨੂੰ ਬਚਾਉਂਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਗੱਲ ਦੇ ਹਾਮੀ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਬਚਦਾ ਰੱਖ ਲਵੋ। You have to get rid of yourself. ਸੈਲਫ ਹੀ ਪ੍ਰੋਬਲਮ ਹੈ। ਜਿੰਨੀ ਦੇਰ ਸੈਲਫ ਹੈ ਉਨੀ ਦੇਰ ਉਹਦਾ ਪ੍ਰਵੇਸ਼ ਨਹੀਂ। ਇਹ ਜਿਹੜਾ ਐਕਸਪੈਰੀਮੈਂਟ ਨਹੀਂ ਕਹਿ ਸਕਦੇ, ਅਟਲ ਸੱਚਾਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਮਿਟਾਇਆ। 3 ਦਿਨ ਬੇਈ ਨਦੀ ਦੇ ਵਿੱਚ ਡੁੱਬ ਕੇ ਆਪਣੇ ਆਪ ਨੂੰ ਖਤਮ ਕਰਕੇ ਉਹਦੇ ਚਰਨਾਂ 'ਚ ਜਾ ਕੇ ਇੱਕ ਨਵਾਂ ਨਾਨਕ ਪੈਦਾ ਹੋਇਆ, ਨਿਊ ਵਨ। ਪਰ ਉਸ ਤੋਂ ਪਹਿਲਾਂ ਤਪੱਸਿਆ ਕੀਤੀ, ਆਰਾਧਨਾ ਕੀਤੀ, ਉਹਨੂੰ ਸੁਣਿਆ ਤੇ ਫਿਰ ਉਹਨੂੰ ਪਾਇਆ। ਜੇ ਦੁਨੀਆ ਭਰ ਦੀ ਅਕਲ ਲੈਣੀ ਹੈ, ਸਿਮਰਤੀਆਂ, ਵੇਦ, ਸ਼ਾਸਤਰ, ਸਾਰਿਆਂ ਦਾ ਗਿਆਨ ਲੈਣਾ, ਤਾਂ ਆਪਣੇ ਆਪ ਨੂੰ ਉਹਦੇ ਚਰਨਾਂ 'ਚ ਢੇਰੀ ਕਰਨਾ ਪੈਣਾ। ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤ ਨੇ ਜਿਹੜੇ, ਧੰਨਾ ਹੋਵੇ, ਧਰੂ ਹੋਵੇ, ਭੀਲੜੀ ਹੋਵੇ, ਸਾਰੇ ਦੇ ਸਾਰੇ ਭਗਤ ਹੈ ਜਿਹੜੇ ਦੁਨੀਆ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਹੈ। ਭਗਤ ਕੌਣ ਹੈ? ਸੁਖਮਣੀ ਸਾਹਿਬ ਦੇ ਮੁਤਾਬਕ ਆਪ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਉਹਦਾ ਰੂਪ ਹੈ। ਜਿਹੜੇ ਭਗਤ ਨੇ ਉਹਨਾਂ ਨੇ ਸੁਣਿਆ, ਉਹਨੂੰ ਮੰਨਿਆ, ਗਾਇਆ ਤੇ ਫਿਰ ਉਹਨੂੰ ਪਾਇਆ। ਉਹ ਇੰਨੇ ਆਨੰਦ ਦੇ ਨਾਲ ਵਿਕਸਦੇ ਆ ਜਿਹਦੇ ਲਈ ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਭੱਜਦੀ ਫਿਰਦੀ ਹੈ। ਸੁਰ ਨਾਰ ਮੁਨ ਜਨ ਦੇਵਤੇ ਜਿੰਨੇ ਨੇ ਸਾਰੇ ਉਹਨੂੰ ਖੋਜਦੇ ਫਿਰਦੇ ਨੇ। ਫਿਰ ਉੱਥੇ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਉਹਦਾ ਵਿਨਾਸ਼ ਹੋ ਜਾਂਦਾ। ਦਰਅਸਲ 'ਚ ਜਿਹੜੀ ਦੁਨੀਆ ਦੀ ਪਰਿਭਾਸ਼ਾ ਹੈ ਦੁੱਖ ਦੇ ਸੁੱਖ ਦੀ, ਇਹ ਤੋਂ ਬਾਹਰ ਹੋ ਜਾਂਦਾ ਹੈ। ਨਾ ਉੱਥੇ ਦੁੱਖ ਹੋਇਆ ਤੇ ਨਾ ਸੁੱਖ ਹੋਇਆ, ਪੇਨ ਤਾਂ ਬਰਾਬਰ ਦੀ ਹੈ। ਜਦੋਂ ਸੁੱਖ ਮਿਲਦਾ ਦੁੱਖ ਵਸ਼ ਆਊਗਾ। ਇਹ ਜਿਹੜਾ ਪੇਟੀ ਦਾ ਜੀਵਨ ਹੈ ਉਹ ਖਤਮ ਹੋ ਜਾਂਦਾ, ਉੱਥੇ ਨਾ ਦੁੱਖ ਹੋਇਆ ਸੁੱਖ ਹੋਇਆ, ਇੱਕ ਆਨੰਦ ਹੈ ਜਿਹੜਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤੋਂ ਬਿਨਾਂ ਪ੍ਰਾਪਤ ਹੁੰਦਾ, ਉਹਦਾ ਇੱਕ ਰੂਪ ਬਣ ਕੇ। ਗੁਰੂ ਪਿਆਰਿਓ, ਅੱਜ ਇੰਨਾ ਹੀ।